ਦੀਪ ਬਾਰ-ਬਾਰ ਕਹਿੰਦਾ ਸੀ ਕਿ ਗੱਲਬਾਤ ਦੇ ਟੇਬਲ ਦੇ ਉੱਪਰ ਅਸੀਂ ਕਿਤੇ ਨਾ ਕਿਤੇ ਖਤਾ ਖਾ ਜਾਵਾਂਗੇ। ਉਹਦਾ ਕਾਰਨ ਕੀ ਸੀ ਕਿ ਸੰਘਰਸ਼ ਦੇ ਵਿੱਚ ਜਿਹੜੀ ਸਿੱਖ ਵਿਚਾਰਧਾਰਾ ਦੀ ਵੱਡੀ ਤਾਕਤ ਸੀ, ਕਿਸਾਨ ਲੀਡਰਸ਼ਿਪ ਉਸ ਨੂੰ ਨਕਾਰ ਰਹੀ ਸੀ। ਜੇਕਰ ਸਿੱਖ ਵਿਚਾਰਧਾਰਾ ਦੇ ਅਹਿਮ ਸੰਕਲਪ ਜਿਹੜੇ ਨੇ ਇਸ ਸੰਘਰਸ਼ ਦਾ ਹਿੱਸਾ ਨਾ ਹੁੰਦੇ ਤਾਂ ਇਸ ਸੰਘਰਸ਼ ਦਾ ਇੰਨਾ ਵੱਡਾ ਰੂਪ ਸਿਰਜਿਆ ਨਹੀਂ ਸੀ ਜਾ ਸਕਦਾ, ਕਦੀ ਨਹੀਂ ਸੀ ਸਿਰਜਿਆ ਜਾ ਸਕਦਾ। ਲੰਗਰ ਗੁਰੂ ਪਾਤਸ਼ਾਹ ਦਾ, ਸੰਗਤ ਗੁਰੂ ਦੀ, ਪੰਗਤ ਗੁਰੂ ਦੀ, ਸਾਡੇ ਬਾਬੇ, ਸਾਡੀਆਂ ਸੰਪਰਦਾਵਾਂ, ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ, ਜਿਹੜਾ ਇਸ ਸੰਘਰਸ਼ ਦੇ ਵਿੱਚ ਇੱਕ ਵੱਡਾ ਇਨਫਰਾਸਟਰਕਚਰ ਸਰਕਾਰ ਦੇ ਖਿਲਾਫ ਲੜਨ ਦੇ ਵਾਸਤੇ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ, ਉਹ ਤਾਂ ਸਾਰੀਆਂ ਸਾਡੀਆਂ ਸਿੱਖ ਪਰੰਪਰਾਵਾਂ ਦੇ ਵਿੱਚੋਂ ਆ ਰਿਹਾ ਸੀ। ਪਰ ਉਹਦੇ ਬਾਵਜੂਦ ਵੀ ਲੀਡਰਸ਼ਿਪ ਨੂੰ ਪਹਿਲ ਦਿੱਤੀ ਗਈ। ਲੀਡਰਸ਼ਿਪ ਜਿਹੜੀ ਹੈ ਉਹ ਉਸ ਸੰਘਰਸ਼ ਦੇ ਹਾਣ ਦੀ ਸਾਬਤ ਨਹੀਂ ਹੋ ਸਕੀ। ਕਿਵੇਂ ਨਹੀਂ ਹੋ ਸਕੀ? ਹੁਣ ਜਦੋਂ ਤੁਸੀਂ 18ਵੀਂ ਸਦੀ ਦੀ ਲੀਡਰਸ਼ਿਪ ਦੀ ਗੱਲ ਕਰਦੇ ਹੋ ਤਾਂ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਪੇਸ਼ਕਸ਼ ਪਤਾ ਕੀ ਹੈ? ਕਹਿੰਦਾ ਵੇਖੋ, ਅਸੀਂ ਤੁਹਾਨੂੰ ਇੱਕ ਜੰਗ ਦੇ ਵਿੱਚ ਲੜਦਿਆਂ ਵੇਖ ਲਿਆ, ਲੰਬੀ ਲੜਾਈ ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ। ਇੱਕ ਜੰਗ ਦੇ ਵਿੱਚ ਅਸੀਂ ਲੜਦਿਆਂ ਵੇਖ ਲਿਆ, ਲੰਬੀ ਲੜਾਈ ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ। ਪਰ ਜੇਕਰ ਚਾਹੁੰਦੇ ਹੋ ਤੁਸੀਂ ਵੀ ਸ਼ਾਂਤੀ ਦੇ ਨਾਲ ਰਹੋ ਤੇ ਅਸੀਂ ਵੀ ਤੁਹਾਡੇ ਤੇ ਹਮਲਾ ਨਾ ਕਰੀਏ, ਤੇ 6 ਮਹੀਨਿਆਂ ਬਾਅਦ ਤੁਸੀਂ ਕੁਛ ਉਹਨਾਂ ਸਮਿਆਂ 'ਚ ਜਿਹੜੀਆਂ ਫਸਲਾਂ ਹੁੰਦੀਆਂ ਸੀ, ਝੋਨਾ ਉਦੋਂ ਪੰਜਾਬ 'ਚ ਨਹੀਂ ਸੀ ਹੁੰਦਾ, ਤੁਸੀਂ ਕੁਛ ਜਵਾਰ, ਮੋਠ, ਬਾਜਰਾ, ਗਵਾਰਾ, ਮੱਕੀ, ਜਿਹੜੀਆਂ ਉਦੋਂ ਫਸਲਾਂ ਹੁੰਦੀਆਂ ਸੀ, ਵੀ ਇਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਬਾਦਸ਼ਾਹ ਨੂੰ ਦੇ ਦਿਆ ਕਰੋ ਤੇ ਤੁਸੀਂ ਇਸ ਇਲਾਕੇ ਦੇ ਵਿੱਚ ਰਾਜ ਭਾਗ ਵਾਂਗੂ ਰਹਿ ਸਕਦੇ ਹੋ। ਪਰ ਬਾਦਸ਼ਾਹ ਜਿਹੜਾ ਉਹ ਅਹਿਮਦ ਸ਼ਾਹ ਅਬਦਾਲੀ ਹੋਵੇਗਾ। ਪਰ ਤੁਹਾਡੇ ਸਿਰ ਵੱਢੇ ਜਾਣ ਦੇ, ਜਨਤਕ ਤੌਰ ਤੇ ਕਤਲੇਆਮ ਕਰਨ ਦੇ ਫਤਵੇ ਨਹੀਂ ਜਾਰੀ ਹੋਣਗੇ, ਤੁਹਾਡੇ ਪਰਿਵਾਰਾਂ ਨੂੰ ਨਹੀਂ ਮਾਰਿਆ ਜਾਵੇਗਾ, ਤੁਹਾਡਾ ਲਾਹੌਰ ਦੇ ਵਿੱਚ ਕਤਲੇਆਮ ਨਹੀਂ ਕੀਤਾ ਜਾਵੇਗਾ, ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ। ਬਸ ਇੰਨੇ ਕੁ ਨਜ਼ਰਾਨੇ ਜਿਹੜੇ ਆ ਉਹ 6 ਮਹੀਨੇ ਬਾਅਦ ਹਾੜੀ ਸੌਣੀ, ਜਿਸ ਨੂੰ ਅਸੀਂ ਕਹਿੰਦੇ ਹਾਂ, ਅਬਦਾਲੀ ਨੂੰ ਦੇ ਦਿਆ ਕਰੋ। ਜੇ ਅੱਜ ਦੇ ਨਜ਼ਰੀਏ 'ਚ ਵੇਖੀਏ ਤਾਂ ਕਿੰਨਾ ਸੌਖਾ ਹੈ ਕਿ 6 ਮਹੀਨਿਆਂ ਬਾਅਦ ਇੰਨੇ ਕੁ ਨਜ਼ਰਾਨੇ ਦੇ ਦਿਓ, ਜਾਨ ਬਚਦੀ ਹੈ ਤੁਹਾਡੇ ਬੱਚਿਆਂ ਦੀ, ਤੁਹਾਡੇ ਪਰਿਵਾਰ ਦੀ। ਪਰ ਗੱਲ ਕਿੱਥੇ ਹੈ? ਉਹ ਕਹਿੰਦੇ ਆ ਕਿ ਇਹ ਨਜ਼ਰਾਨੇ ਦੇਣ ਤੋਂ ਬਾਅਦ ਆਪਣੀ ਜਾਨ ਬਚਾਉਣ ਦਾ ਮਤਲਬ ਹੈ ਅਹਿਮਦ ਸ਼ਾਹ ਅਬਦਾਲੀ ਨੂੰ ਆਪਣਾ ਬਾਦਸ਼ਾਹ ਮੰਨਣਾ। ਗੱਲ ਤਾਂ ਇੱਥੇ ਅੜੀ ਹੈ। ਤੇ ਜਿਹੜਾ ਫਿਰ ਉਹ ਜਵਾਬ ਦਿੰਦੇ ਨੇ, ਉਸ ਨੂੰ ਸਰਦਾਰ ਸੋਹਣ ਸਿੰਘ ਸੀਤਲ ਨੇ ਬੜੇ ਪਿਆਰੇ ਸ਼ਬਦਾਂ 'ਚ ਲਿਖਿਆ। ਉਹ ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਗੱਲ ਕੇਵਲ ਤੇ ਕੇਵਲ ਜਾਨ ਬਚਾਉਣ ਦੀ ਨਹੀਂ ਹੈ, ਗੱਲ ਆਜ਼ਾਦੀ ਦੀ ਹੈ, ਗੱਲ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੀ ਹੈ। ਗੱਲ ਇਹ ਹੈ ਕਿ ਅਸੀਂ ਆਜ਼ਾਦ ਤੌਰ ਤੇ ਪੰਜਾਬ ਦੀ ਧਰਤੀ ਦੇ ਪੁੱਤਰ, ਅਸੀਂ ਪੰਜਾਬ 'ਚ ਕਿਵੇਂ ਵਿਚਰਨਾ ਹੈ, ਗੱਲ ਇੱਥੋਂ ਦੀ ਹੈ। ਸੋ ਹੁਣ ਇਹ ਜਿਹੜੀ ਸਾਰੀ ਵਾਰਤਾਲਾਪ ਹੈ ਇਹ ਟੇਬਲ ਟਾਕ ਹੈ। ਪਰ ਟੇਬਲ ਟਾਕ ਦੇ ਵਿੱਚ ਤੁਹਾਡਾ ਪੱਖ ਤਗੜਾ ਕਿਉਂ ਹੈ? ਤੁਸੀਂ ਕਿਉਂ ਅਬਦਾਲੀ ਨੂੰ ਵੰਗਾਰ ਲਿਆ? ਕਿਉਂਕਿ ਤੁਸੀਂ ਜੰਗ ਦੇ ਵਿੱਚ ਵੀ ਵੰਗਾਰ ਚੁੱਕੇ ਸੀ। ਜੇ ਤੁਸੀਂ ਜੰਗ ਦੇ ਵਿੱਚ ਝੁਕ ਗਏ ਹੁੰਦੇ, ਤੁਸੀਂ ਟੇਬਲ ਟਾਕ ਦੇ ਵਿੱਚ ਕਦੀ ਅਬਦਾਲੀ ਨੂੰ ਵੰਗਾਰ ਨਾ ਸਕਦੇ। ਸੋ ਇਹੀ ਗੱਲ ਦੀਪ ਸਿੱਧੂ ਕਹਿੰਦਾ ਸੀ ਕਿ ਜਿੰਨਾ ਚਿਰ ਤੱਕ ਸੰਘਰਸ਼ ਦੇ ਵਿੱਚ ਤੁਸੀਂ ਸਟਰੋਂਗ ਹੋ, ਤੁਸੀਂ ਟੇਬਲ ਟਾਕ ਦੇ ਵਿੱਚ ਵੀ ਉਨੇ ਹੀ ਤਗੜੇ ਬਣ ਕੇ ਆਪਣੇ ਆਪ ਨੂੰ ਪ੍ਰਗਟ ਕਰੋ। ਔਰ ਉਹੀ ਗੱਲ ਹੋਈ 26 ਜਨਵਰੀ ਤੋਂ ਬਾਅਦ। ਜਿਸ ਤਰ੍ਹਾਂ ਦਾ ਨਰੇਟਿਵ ਸੈੱਟ ਕੀਤਾ ਗਿਆ, ਜਿਸ ਤਰ੍ਹਾਂ ਦਾ ਵਰਤਾਂਤ ਸਿਰਜਿਆ ਗਿਆ, ਜੋ ਕੁਛ ਹਕੂਮਤ ਦੇ ਮੀਡੀਆ ਨੇ ਕਹਿਣਾ ਸੀ, ਉਹੀ ਸਾਡੀ ਕਿਸਾਨ ਲੀਡਰਸ਼ਿਪ ਨੇ ਕਿਹਾ, ਬਿਲਕੁਲ ਉਹੀ ਕੁਛ ਕਿਹਾ। ਉਹਦੇ ਨਾਲ ਹੋਇਆ ਕਿ 26 ਜਨਵਰੀ ਤੋਂ ਬਾਅਦ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਜ਼ਮੀਨੀ ਪੱਧਰ ਦੇ ਉੱਪਰ ਇਸ ਸੰਘਰਸ਼ ਦੇ ਵਿੱਚੋਂ ਸਿੱਖ ਵਿਚਾਰਧਾਰਾ ਮੰਨਫੀ ਹੋ ਚੁੱਕੀ ਹੈ, ਨੌਜਵਾਨੀ 'ਚ ਨਿਰਾਸ਼ਤਾ ਆ ਚੁੱਕੀ ਹੈ, ਉਹਨਾਂ ਤੁਹਾਨੂੰ 1 ਸਾਲ ਟੇਬਲ ਟਾਕ ਕਰਨ ਦੇ ਵਾਸਤੇ ਸੱਦਿਆ ਹੀ ਨਹੀਂ, ਉਹਨਾਂ ਬੁਲਾਇਆ ਨਹੀਂ ਤੁਹਾਨੂੰ। ਪਰ ਜਿਸ ਦਿਨ ਤੁਸੀਂ ਮੈਦਾਨੇ ਜੰਗ ਦੇ ਵਿੱਚ ਤਾਕਤਵਰ ਸੀ,
ਹਰ ਦੂਜੇ ਦਿਨ ਚਿੱਠੀ ਆਉਂਦੀ ਸੀ। ਖੇਤੀ ਮੰਤਰੀ ਨਾਲ ਗੱਲ ਕਰੋ, ਫਲਾਣੇ ਨਾਲ ਗੱਲ ਕਰੋ, ਸਕੱਤਰ ਦੇ ਨਾਲ ਗੱਲ ਕਰੋ, PM ਆਫਿਸ ਦੇ ਨਾਲ ਫੋਨ ਆਉਂਦੇ ਸੀ। ਕਿਉਂ ਆਉਂਦੇ ਸੀ? ਉਸ ਦਿਨ ਤੁਸੀਂ ਮੈਦਾਨੇ ਜੰਗ ਦੇ ਵਿੱਚ ਤਾਕਤਵਰ ਸੀ। ਸੋ ਇਸ ਗੱਲ ਨੂੰ ਸੰਘਰਸ਼ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਤਾਕਤਵਰ ਹੋ, ਤੁਸੀਂ ਫੇਰ ਹੀ ਤਾਕਤਵਰ ਹੋ ਸਕਦੇ ਹੋ ਗੱਲਬਾਤ ਦੇ ਮੇਜ਼ ਦੇ ਉੱਪਰ। ਪਰ ਗੱਲਬਾਤ ਦੇ ਮੇਜ਼ ਦੇ ਉੱਪਰ ਜਾਂ ਮੈਦਾਨੇ ਜੰਗ ਦੇ ਵਿੱਚ ਜੇ ਤੁਸੀਂ ਜਾਣਾ ਹੈ ਤੇ ਤੁਹਾਡੇ ਕੋਲ ਇੱਕ ਹੀ ਵਿਚਾਰਧਾਰਾ ਹੈ ਜਿਹੜੀ ਤੁਹਾਡੀ ਰਹਿਨੁਮਾਈ ਕਰਦੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਦੇ ਤੋਂ ਬਿਨਾਂ ਕੁਝ ਨਹੀਂ। ਹੁਣ ਅਗਲੀ ਗੱਲ, ਅਸੀਂ ਕਹਿੰਦੇ ਹੋਂਦ ਦੀ ਜੰਗ, ਇਹਨੂੰ ਸਮਝਣਾ ਕਿਵੇਂ? ਦੀਪ ਬਾਰ-ਬਾਰ ਇਹ ਗੱਲ ਕਰਦਾ ਸੀ ਵੀ ਇਹ ਗੱਲ ਕੇਵਲ ਫਸਲਾਂ ਦੀ ਨਹੀਂ ਹੈ, ਇਹ ਸਾਡੀਆਂ ਨਸਲਾਂ ਦੀ ਹੈ। ਗੱਲ ਕੇਵਲ ਕਣਕ ਦੀ ਨਹੀਂ ਹੈ, ਗੱਲ ਅਣਖ ਦੀ ਹੈ। ਗੱਲ ਕੇਵਲ ਤੇ ਕੇਵਲ ਇਹਨਾਂ 3 ਕਾਲੇ ਕਾਨੂੰਨਾਂ ਦੀ ਨਹੀਂ ਹੈ, ਗੱਲ ਪੰਜਾਬ ਦੇ ਭਵਿੱਖ ਦੀ ਹੈ। ਕਾਨੂੰਨ ਬਣੇ, ਕਾਨੂੰਨ ਵਾਪਸ ਲੈ ਲਏ, ਲਾਗੂ ਤੇ ਜੇ ਹੋਏ ਵੀ ਨਹੀਂ ਸੀ, ਪਰ ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਸੀ ਕਿ ਜਿਹੜੀ ਇਹ ਪੋਜੀਸ਼ਨ ਹੈ ਇਹ ਤਾਂ ਸਟੇਟਸ ਕੋ ਵਰਗੀ ਹੈ ਨਾ। ਇਹ ਤਾਂ ਸੀ ਨਾ ਕਿ ਜਿਵੇਂ ਹੈ, ਜਿੱਥੇ ਹੈ ਉਹ ਅਮਲ। ਅਸੀਂ ਪ੍ਰਾਪਤੀ ਤਾਂ ਕੁਛ ਨਹੀਂ ਕੀਤੀ। ਸਰਕਾਰ ਨੇ ਕਿਹਾ ਆ ਕਰਨਾ, ਅਸੀਂ ਕਿਹਾ ਨਾ ਕਰੋ, ਉੱਥੇ ਅਸੀਂ ਚੁੱਪ। ਇਹੀ ਹੈ ਨਾ। ਹੁਣ ਜਦੋਂ ਤੁਸੀਂ ਇਸ ਨੂੰ ਹੋਂਦ ਦੀ ਜੰਗ ਦੇ ਰੂਪ 'ਚ ਸਮਝੋਗੇ, ਰੂਸ ਨੇ ਯੂਕਰੇਨ ਦੇ ਉੱਪਰ ਹਮਲਾ ਕੀਤਾ, ਤੁਸੀਂ ਰੋਜ਼ ਖਬਰਾਂ ਪੜ੍ਹ ਰਹੇ ਹੋ। ਉੱਥੇ ਕੁਝ ਲੋਕ ਉਹ ਨੇ ਜਿਹੜੇ ਯੂਰਪ ਵੱਲ ਜਾ ਰਹੇ ਨੇ, ਜਾਨ ਬਚ ਜਾਵੇ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਪਤਾ ਕਿ ਰੂਸ ਇੱਕ ਵੱਡੀ ਤਾਕਤ ਹੈ, ਅਸੀਂ ਹਥਿਆਰ ਚੁੱਕਾਂਗੇ, ਅਸੀਂ ਮਾਰੇ ਜਾਵਾਂਗੇ, ਪਰ ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਨਹੀਂ, ਇਹ ਸਾਡੀ ਹੋਂਦ ਦੀ ਜੰਗ ਹੈ, ਅਸੀਂ ਆਪਣੀ ਜ਼ਮੀਨ ਨਹੀਂ ਛੱਡਣੀ, ਇਹ ਸਾਡੀ ਹੋਂਦ ਦੀ ਜੰਗ ਹੈ। ਇਹੀ ਜਜ਼ਬਾਤ ਜਿਹੜੇ ਨੇ ਜਿਉਂਦੀਆਂ ਕੌਮਾਂ ਦੇ ਵਿੱਚ ਹੁੰਦੇ ਨੇ। ਹੁਣ ਸਾਰੇ ਸਾਨੂੰ ਕੀ ਕਹਿੰਦੇ ਸੀ? ਅਕਸਰ ਜਦੋਂ ਅਸੀਂ ਬੈਠ ਕੇ ਕਈ ਵਾਰ ਚਰਚਾ ਕਰਦੇ ਸੀ ਤਾਂ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਸੀ ਕਿ ਸਾਡੀ ਬਹੁਤ ਸਾਰੀ ਲੀਡਰਸ਼ਿਪ ਕਹਿੰਦੀ ਹੈ ਧਰਮ ਨੂੰ ਲਾਂਭੇ ਰੱਖ ਕੇ ਆਓ। ਸਾਡੀ ਵਿਚਾਰਧਾਰਾ ਇਹ ਸੀ ਕਿ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ। ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ। ਧਰਮ ਦੇ 2 ਸਭ ਤੋਂ ਵੱਡੇ ਆਸਤਕ ਮਤ ਦੇ ਵਿੱਚ ਧਰਮ ਦੇ 2 ਸਭ ਤੋਂ ਵੱਡੇ ਜਿਹੜੇ ਥੰਮ ਹੁੰਦੇ ਨੇ, ਉਹ ਹੁੰਦੇ ਨੇ ਹੁਕਮ ਤੇ ਰਜ਼ਾ। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ, ਤੇ ਕਿਸਾਨ ਤੋਂ ਵੱਧ ਹੁਕਮ ਤੇ ਰਜ਼ਾ 'ਚ ਕੌਣ ਰਹਿੰਦਾ ਹੈ? ਉਹ ਫਸਲ ਦਾਣੇ ਜਿਹੜੇ ਨੇ ਉਹ ਖੇਤ 'ਚ ਖਿਲਾਰ ਕੇ ਆ ਜਾਂਦਾ ਹੈ, ਹੁਕਮ ਦੇ ਵਿੱਚ ਹੈ ਕਿ ਬਾਰਿਸ਼ ਹੋਣੀ ਕਿ ਸੋਕਾ ਪੈਣਾ। ਉਹ ਦਾਣੇ ਪੱਕ ਜਾਂਦੇ ਨੇ, ਉਹ ਢੇਰੀਆਂ ਲਾ ਕੇ ਬੋਲ ਲਾ ਕੇ ਫਿਰ ਘਰ ਆ ਜਾਂਦਾ, ਉਹਨੂੰ ਪਤਾ ਨਹੀਂ ਕਣਕ ਘਰ ਸੁੱਕੀ ਆਉਣੀ ਹੈ ਕਿ ਨਹੀਂ ਆਉਣੀ। ਉਹਦਾ ਤਾਂ ਜੀਵਨ ਹੀ ਹੁਕਮ ਤੇ ਰਜ਼ਾ 'ਚ ਬੀਤਦਾ ਹੈ। ਸੋ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ? ਨਹੀਂ ਕੱਢਿਆ ਜਾ ਸਕਦਾ। ਹੁਣ ਜਿਹੜੀ ਅਗਲੀ ਗੱਲ ਸੀ ਕਿ ਫਿਰ ਧਰਮ ਕਿਉਂ ਸੰਘਰਸ਼ ਦੇ ਵਿੱਚ, ਜਾਂ ਕਿਸਾਨੀ ਦੀ ਗੱਲ ਜ਼ਮੀਨਾਂ ਨਾਲ ਜੁੜ ਕੇ ਹੁੰਦੀ ਹੈ, ਇਹ ਧਰਮ ਦੇ ਵਿੱਚੋਂ ਜਾਗਰਤ ਹੋਈਆਂ ਜ਼ਮੀਰਾਂ ਦੇ ਨਾਲ ਕਿਵੇਂ ਜੁੜ ਗਈ? ਇਹ ਵੀ ਇੱਕ ਇਤਿਹਾਸਕ ਵਰਤਾਰਾ ਹੈ। ਇਹ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਸਮਝਣਾ ਪਵੇਗਾ। ਨਹੀਂ ਸਮਝਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਨੂੰ ਇਸ ਖਿੱਤੇ, ਇਸ ਜ਼ਮੀਨ ਦੇ ਵਾਸਤੇ ਸੰਘਰਸ਼ ਲਈ ਤਿਆਰ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਇੱਕ ਖਿਆਲ ਕਰੋ, ਭਾਈ ਤਾਰਾ ਸਿੰਘ ਵਾਂ ਸਾਡੇ ਮਾਝੇ ਦਾ ਪਿੰਡ ਹੈ। ਡਲ ਤੇ ਵਾਂ ਪਿੰਡ ਦੋਵੇਂ ਨੇੜੇ ਨੇੜੇ ਨੇ, ਇਸ ਕਰਕੇ ਕਈ ਵਾਰੀ ਇਕੱਠੇ ਅਸੀਂ ਉਹਨਾਂ ਨੂੰ ਡਲ ਵਾਂ ਵੀ ਕਹਿ ਦਿੰਦੇ ਹਾਂ। ਵਾਂ ਪਿੰਡ ਵੱਖਰਾ ਹੈ, ਡਲ ਪਿੰਡ ਵੱਖਰਾ ਹੈ। ਇਹ ਨੌਜਵਾਨ ਜਗਰਾਜ ਸਿੰਘ ਵੀ ਵਾਂ ਪਿੰਡ ਦਾ ਸੀ, ਜਿਸ ਨੇ ਉਸ ਦਿਨ ਲਾਲ ਕਿਲੇ ਦੇ ਇੱਕ ਪੋਲ ਦੇ ਉੱਪਰ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਸੀ। ਜਗਰਾਜ ਸਿੰਘ ਵਾਂ ਪਿੰਡ ਦੇ 18ਵੀਂ ਸਦੀ ਦੇ ਵਿੱਚ ਇੱਕ ਮਸ਼ਹੂਰ ਜਰਨੈਲ ਤੇ ਯੋਧੇ ਹੋਏ ਨੇ, ਭਾਈ ਤਾਰਾ ਸਿੰਘ ਵਾਂ। ਭਾਈ ਤਾਰਾ ਸਿੰਘ ਵਾਂ ਦੀ ਜਦੋਂ ਸ਼ਹਾਦਤ ਹੁੰਦੀ ਹੈ ਤਾਂ ਉਸ ਵੇਲੇ ਜਦੋਂ ਉਹ ਸ਼ਹੀਦੀ ਦੇਣ ਦੇ ਵਾਸਤੇ ਤਿਆਰ ਹੋ ਰਹੇ ਨੇ, ਉਹਨਾਂ ਦੇ ਨਾਲ ਬੜੇ ਥੋੜ੍ਹੇ ਸਿੰਘ ਨੇ, ਬਾਕੀ ਸਿੰਘ ਉਹਨਾਂ ਨੇ ਆਪਣੇ ਬਾੜੇ 'ਚੋਂ ਕੱਢ ਦਿੱਤੇ ਸੀ। ਪਰ ਜਦੋਂ ਉਹ ਸਿੰਘਾਂ ਨੂੰ ਆਖਰੀ
ਜੰਗ ਲੜਨ ਦੇ ਵਾਸਤੇ ਸੰਬੋਧਿਤ ਹੋ ਰਹੇ ਹੁੰਦੇ ਨੇ ਨਾ, ਤੇ ਉਹਨਾਂ ਦੇ ਸ਼ਬਦ ਪਤਾ ਕੀ ਨੇ? ਕਹਿੰਦੇ ਕਿ ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਸਿੱਖੋ, ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਸ਼ਸਤਰ ਤੁਹਾਡੇ ਜਿਸਮ ਦੇ ਉੱਪਰ ਲੜਦਿਆਂ ਲੱਗਣ। ਇਹਦਾ ਮਤਲਬ ਜਿੰਨੇ ਵਾਰ ਤੁਹਾਡੇ ਹੋਣਗੇ ਤੁਸੀਂ ਜ਼ਿਆਦਾ ਸਮਾਂ ਲੜੇ ਹੋ, ਤੇ ਜਿੰਨੇ ਵਾਰ ਤੁਹਾਡੇ ਤੇ ਲੱਗਣਗੇ ਤੇ ਤੁਹਾਡੇ ਜਿਸਮ ਤੋਂ ਖੂਨ ਨਿਕਲੇਗਾ, ਸਮਝਿਓ ਤੁਹਾਡਾ ਜਿਸਮ ਪਵਿੱਤਰ ਹੋ ਰਿਹਾ ਹੈ। ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਹੁਣ ਇੰਨੀ ਵੱਡੀ ਜੰਗ, ਜਿਸ ਜੰਗ ਨੇ ਸਿੱਖਾਂ ਦਾ ਉਸ ਸਮੇਂ ਦੇ ਵਿੱਚ ਇੱਕ ਮਾਹੌਲ ਹੀ ਬਦਲ ਦਿੱਤਾ। ਹੁਣ ਤੁਸੀਂ ਕਹੋਗੇ ਮਾਹੌਲ ਕਿਵੇਂ ਬਦਲਿਆ ਗਿਆ? 1712 ਤੋਂ ਲੈ ਕੇ 1716 ਜੂਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ 9 ਵਾਰ ਸਰਕਾਰੀ ਤੌਰ ਤੇ ਇਹ ਹੁਕਮ ਜਾਰੀ ਹੋਇਆ, ਨਾਨਕ ਪ੍ਰਸਤਾਂ ਬਾ ਬੇਅੰਤ ਬਾ ਕਤਲ ਰਸਾਨੰਦ। ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ, ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ ਤੇ ਇਨਾਮ ਲਿਆ ਜਾਵੇ। ਜਨਤਕ ਤੌਰ ਦੇ ਉੱਪਰ ਜਿਸ ਕੌਮ ਦੇ ਕਤਲੇਆਮ ਕਰਨ ਦੇ ਜਨਤਕ ਐਲਾਨ ਹੋ ਚੁੱਕੇ ਹੋਣ, ਜਿਸ ਕੌਮ ਦਾ ਆਗੂ ਆਪਣੇ ਵੱਡੇ 25 ਜਰਨੈਲਾਂ ਦੇ ਨਾਲ ਜੂਨ 1716 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾ ਚੁੱਕਾ ਹੋਵੇ, ਜਿਸ ਕੌਮ ਦਾ ਇੱਕ ਜੁਝਾਰੂ ਅੰਸ਼ ਦਿੱਲੀ ਕੋਤਵਾਲੀ ਦੇ ਵਿੱਚ ਸਰਬਰਾ ਖਾਨ ਕੋਤਵਾਲ ਦੇ ਕੋਲੋਂ ਸ਼ਹੀਦ ਕੀਤਾ ਜਾ ਚੁੱਕਾ ਹੋਵੇ, ਉਸ ਕੌਮ ਦੇ ਵਿੱਚ 10 ਸਾਲਾਂ ਦੇ ਵਿੱਚ ਇੰਨੀ ਦ੍ਰਿੜਤਾ ਕਿਵੇਂ ਆ ਗਈ ਕਿ ਦਸੰਬਰ 1726 ਨੂੰ ਪਹਿਲਾ ਸਰਬੱਤ ਖਾਲਸਾ ਕਰਦੇ ਨੇ ਸਿੱਖ। ਉਸ ਸਰਬੱਤ ਖਾਲਸੇ ਦੇ ਵਿੱਚ ਫੈਸਲੇ ਲਏ ਜਾਂਦੇ ਨੇ। ਪਹਿਲਾ ਫੈਸਲਾ, ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ। ਦੂਸਰਾ ਫੈਸਲਾ, ਸਰਕਾਰੀ ਤਬੇਲੇ ਤੇ ਹਥਿਆਰ ਲੁੱਟੇ ਜਾਣਗੇ। ਤੀਸਰਾ ਫੈਸਲਾ ਕਿ ਮੁਖਬਰ ਸੋਧੇ ਜਾਣਗੇ। ਇਹ ਉਸ ਸਰਬੱਤ ਖਾਲਸੇ ਦੇ 3 ਫੈਸਲੇ ਨੇ। ਹੁਣ ਤੁਸੀਂ ਇੱਕ ਗੱਲ ਵੇਖੋ ਕਿ 10 ਸਾਲਾਂ ਦੇ ਸਮੇਂ ਦੇ ਵਿੱਚ ਜਦੋਂ ਜਨਤਕ ਤੌਰ ਤੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਜਾਰੀ ਹੋ ਚੁੱਕੇ ਨੇ, ਔਰ ਇਹਨਾਂ 10 ਸਾਲਾਂ ਦੇ ਵਿੱਚ ਕੌਮ ਦੇ ਜਰਨੈਲਾਂ ਦੇ ਵਿੱਚ ਦ੍ਰਿੜਤਾ ਕਿਵੇਂ ਦੀ ਹੋਵੇਗੀ ਕਿ ਉਹ ਸਰਬੱਤ ਖਾਲਸਾ ਕਰਕੇ ਉਸ ਵੇਲੇ ਦੀ ਕਾਬਜ਼ ਹੋਈ ਹਕੂਮਤ ਨੂੰ ਵੰਗਾਰ ਦਿੰਦੇ ਨੇ। ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਚਾਹੇ ਜੰਗ ਹੋਈ ਵਾਂ ਪਿੰਡ ਦੀ ਜਾਂ ਫਿਰ ਸਰਬੱਤ ਖਾਲਸਾ ਹੋਇਆ, ਇਹ ਜੰਗ ਸ਼ੁਰੂ ਕਿੱਥੋਂ ਹੋਈ? ਇਹਦੇ ਸ਼ੁਰੂ ਹੋਣ ਦਾ ਕਾਰਨ ਧਾਰਮਿਕ ਨਹੀਂ ਸੀ। ਇਹਦੇ ਸ਼ੁਰੂ ਹੋਣ ਦਾ ਕਾਰਨ ਸੀ ਕਿ ਨੁਸ਼ਹਿਰੇ ਦੇ ਚੌਧਰੀ ਹਰ ਸਹਾਏ ਨੇ ਆਪਣੀ ਚੌਧਰ ਦੇ ਅਹੰਕਾਰ ਦੇ ਵਿੱਚ ਆ ਕੇ ਸਿੱਖਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਸੀ। ਮੂਲ ਕਾਰਨ ਤਾਂ ਇਹ ਸੀ। ਇਹਦਾ ਮਤਲਬ ਹੀ ਕੀ ਹੋਇਆ ਕਿ ਜਦੋਂ ਵੀ ਦੁਸ਼ਮਣ ਤੁਹਾਡੀ ਜ਼ਮੀਨ ਤੇ ਹਮਲਾ ਕਰੇਗਾ, ਜੇਕਰ ਤੁਹਾਡੀ ਜ਼ਮੀਰ ਨਹੀਂ ਜਾਗਦੀ, ਤੁਸੀਂ ਆਪਣੀ ਜ਼ਮੀਨ ਨਹੀਂ ਬਚਾ ਸਕਦੇ। ਤੇ ਜਿੰਨਾ ਚਿਰ ਤੱਕ ਤੁਹਾਡੇ ਕੋਲ ਆਹ ਗੱਲ ਨਹੀਂ ਹੈਗੀ ਨਾ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਉਹਨਾਂ ਚਿਰ ਜ਼ਮੀਰ ਨਹੀਂ ਜੇ ਜਾਗਦੀ। ਜ਼ਮੀਰ ਨੂੰ ਬਚਾਉਣ ਦੇ ਵਾਸਤੇ ਜ਼ਮੀਰ ਦਾ ਜਾਗਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਗੁਰੂ ਸਾਹਿਬ ਦੀ ਬਖਸ਼ੀ ਹੋਈ ਇਹ ਰੌਸ਼ਨੀ, ਇਹ ਵਿਚਾਰਧਾਰਾ, ਇਹ ਪ੍ਰਕਾਸ਼ ਸਾਡੇ ਜੀਵਨ ਦੇ ਵਿੱਚ ਨਹੀਂ ਹੈ, ਉਹਨਾਂ ਚਿਰ ਫਿਰ ਜ਼ਮੀਰ ਜਾਗਦੀ ਨਹੀਂ। ਗੱਲਾਂ ਨੇ, ਜਿੰਨੀਆਂ ਮਰਜ਼ੀ ਕਿਤਾਬਾਂ ਅਸੀਂ ਵੀ ਬਹੁਤ ਪੜ੍ਹਦੇ ਹਾਂ, ਕਰੀ ਜਾਈਏ, ਮੈਂ ਗੱਲਾਂ ਕਰੀ ਜਾਊਂਗਾ, ਤੁਸੀਂ ਸੁਣੀ ਜਾਓਗੇ। ਪਰ ਆ ਜਾ ਕੇ ਜਦੋਂ ਅਸੀਂ ਇਸ ਰੂਹਾਨੀਅਤ ਦੇ ਵਰਤਾਰੇ ਨੂੰ ਸਮਝਣਾ ਹੈ, ਤੇ ਜਿੰਨਾ ਚਿਰ ਤੱਕ ਸਾਡੀ ਮਾਨਸਿਕਤਾ ਗੁਰੂ ਬਾਬੇ ਦੀ ਬਾਣੀ ਦੇ ਨਾਲ ਨਹੀਂ ਜੁੜਦੀ, ਮਤ ਸਮਝੀਏ ਕਿ ਕੋਈ ਲੰਬੇ ਸਮੇਂ ਦੇ ਵਾਸਤੇ ਸੰਘਰਸ਼ ਲੜਿਆ ਜਾ ਸਕਦਾ ਜਾਂ ਪ੍ਰਾਪਤੀ ਹੋ ਸਕਦੀ ਹੈ। ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਦੀਪ ਬਾਰ-ਬਾਰ ਜਦੋਂ ਇਹ ਗੱਲ ਕਰਦਾ ਹੈ ਕਿ ਕਲਾ ਵਰਤ ਗਈ, ਤੇ ਅੱਜ ਇਹ ਵਰਤਾਰਾ ਉਹਦੇ ਵਿੱਚ ਇੱਕ ਝਲਕਾਰਾ ਲੱਗਦਾ ਸਾਨੂੰ ਦੀਪ। ਤੇ ਜਦੋਂ ਕਲਾ ਵਰਤਨ ਦੀ ਗੱਲ ਕਰਦੇ ਸੀ ਨਾ, ਸਾਨੂੰ ਮਜ਼ਾਕ ਕੀਤੇ ਜਾਂਦੇ ਸੀ। ਉਹਦਾ ਕਾਰਨ ਪਤਾ ਕੀ ਸੀ? ਜਿਹੜੇ ਲੋਕ ਕਲਾ ਨੂੰ ਨਹੀਂ ਸਮਝਦੇ, ਉਹ ਕਲਾ ਨੂੰ ਕਰਾਮਾਤ ਦੇ ਵਿੱਚ ਪਰਿਭਾਸ਼ਿਤ ਕਰ ਰਹੇ ਸੀ, ਜਦੋਂ ਕਿ ਕਲਾ ਦੇ ਵਿੱਚ ਤੇ ਕਰਾਮਾਤ ਦੇ ਵਿੱਚ ਬਹੁਤ ਅੰਤਰ ਹੈ। ਉਹ ਕਲਾ ਨੂੰ ਕਰਾਮਾਤ ਦੇ ਰੂਪ ਚ ਪਰਿਭਾਸ਼ਿਤ ਕਰਦੇ ਸੀ। ਤੁਸੀਂ ਰੋਜ਼ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜੇ ਹੁੰਦੇ ਹੋ ਜੀ, ਤੇ ਅਰਦਾਸ ਤੋਂ ਬਾਅਦ ਤੁਸੀਂ ਕੀ ਕਹਿੰਦੇ ਆ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿਣਾ ਕਿੰਨਾ ਸੌਖਾ ਹੈ, ਇਹ ਗੱਲ ਕਹਿਣੀ ਕਿੰਨੀ ਸੌਖੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਪਰ ਇਹਨਾਂ 4 ਸੰਕਲਪਾਂ ਦੇ ਵਿੱਚ ਸਿੱਖ ਦੇ ਜੀਵਨ ਦਾ ਸਭ ਤੋਂ ਵੱਡਾ ਸੰਘਰਸ਼ੀਲ ਫਲਸਫਾ ਪਿਆ, ਸਭ ਤੋਂ ਵੱਡਾ।
ਚਾਰ ਚੀਜ਼ਾਂ ਨੇ, ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬੱਤ ਦਾ ਭਲਾ। ਇਹਨਾਂ 2 ਪੰਕਤੀਆਂ ਦੇ ਵਿੱਚ ਆਏ ਇਹਨਾਂ 4 ਸੰਕਲਪਾਂ ਨੂੰ ਤੁਸੀਂ ਤੋੜ ਕੇ ਨਹੀਂ ਵੇਖ ਸਕਦੇ। ਜਿੰਨਾ ਚਿਰ ਤੁਹਾਡੇ ਕੋਲ ਨਾਮ ਨਹੀਂ ਹੈ ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਿੰਨਾ ਚਿਰ ਤੁਹਾਡੇ ਕੋਲ ਚੜ੍ਹਦੀ ਕਲਾ ਨਹੀਂ ਹੈ ਤੁਸੀਂ ਭਾਣਾ ਨਹੀਂ ਮੰਨ ਸਕਦੇ, ਤੇ ਜੇਕਰ ਤੁਹਾਡੇ ਕੋਲ ਭਾਣਾ ਮੰਨਣ ਦੀ ਸਮਰੱਥਾ ਨਹੀਂ ਹੈ ਤੁਸੀਂ ਕਦੀ ਵੀ ਸਰਬੱਤ ਦਾ ਭਲਾ ਨਹੀਂ ਕਰ ਸਕਦੇ। ਇਹਨਾਂ 4 ਚੀਜ਼ਾਂ ਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਸੋ ਕਲਾ ਦਾ ਜਦੋਂ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਕੀ ਆ? ਹਾਈ ਸਪਿਰਿਟਸ, ਆਤਮਿਕ ਤੌਰ ਤੇ ਬਲਵਾਨ ਹੋਣਾ। ਇਸ ਨੂੰ ਡਿਫਾਈਨ ਕਰਦੇ ਆ ਸਰਦਾਰ ਪੂਰਨ ਸਿੰਘ, ਜਿਹੜੇ ਪੰਜਾਬੀ ਦੇ ਬੜੇ ਸਾਡੇ ਪਿਆਰੇ ਲੇਖਕ ਤੇ ਕਵੀ ਨੇ। ਪਤਾ ਕੀ ਕਹਿੰਦੇ? ਉਹ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਹੁਣ ਕਲਾ ਹੈ ਕੀ ਹੈ? ਕਲਾ ਇਹੀ ਹੈ ਕਿ ਇੱਕ ਬੰਦਾ ਜਦੋਂ ਹਾਇਰ ਸਪਿਰਿਟਸ ਦੇ ਨਾਲ ਉਸ ਆਤਮਿਕ ਆਨੰਦ ਤੇ ਰੂਹਾਨੀਅਤ ਦੇ ਵਿੱਚੋਂ ਗੁਰਮਤਿ ਵਰਤਾਰੇ ਦਾ ਝਲਕਾਰਾ ਤੁਹਾਨੂੰ ਵਿਖਾਉਂਦਾ ਤੇ ਬਹੁਤ ਲੋਕਾਂ ਦੇ ਵਿੱਚ ਜਦੋਂ ਉਹ ਝਲਕਾਰਾ ਪ੍ਰਗਟ ਹੁੰਦਾ ਤਾਂ ਇਹੀ ਤਾਂ ਕਲਾ ਵਰਤਣੀ ਹੈ। ਹੋਰ ਕੋਈ ਕਰਾਮਾਤ ਨਹੀਂ ਹੈ, ਕੋਈ ਜਾਦੂ ਨਹੀਂ ਹੈ, ਇਹੀ ਕਲਾ ਵਰਤਣੀ ਹੈ ਕਿ ਜਦੋਂ ਕੋਈ ਮਨੁੱਖ ਗੁਰਮਤਿ ਦੀ ਰੌਸ਼ਨੀ ਦੇ ਵਿੱਚੋਂ ਤੁਹਾਨੂੰ ਹਲੂਣ ਕੇ ਰੱਖ ਦਿੰਦਾ। ਔਰ ਇਹ ਕਲਾ ਹੀ ਵਰਤਦੀ ਤੁਸੀਂ ਵੇਖੀ ਹੈ ਨਾ, ਦੀਪ ਦੇ ਅੰਤਮ ਸੰਸਕਾਰ ਦੇ ਉੱਪਰ ਤੇ ਅੰਤਮ ਅਰਦਾਸ ਦੇ ਉੱਪਰ। ਕਦੀ ਸੋਚਿਆ ਸੀ ਕਿ ਸਰਕਾਰੀ ਰਿਪੋਰਟਾਂ ਦੇ ਵਿੱਚ ਵੀ 5 ਲੱਖ ਤੋਂ ਉੱਪਰ ਦਾ ਇਕੱਠ ਹੋਵੇ ਤੇ ਕਿਸੇ ਦੀ ਇੱਕ ਜੁੱਤੀ ਵੀ ਨਾ ਗਵਾਚੇ?